नमस्कार खबरां ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੁਣਵੀਆਂ ਖਬਰਾਂ। ਮਹਿਲਾਵਾਂ ਦੇ ਰਾਖਵੇਂਕਰਨ ਬਾਰੇ ਬਿੱਲ ਨਾਰੀ ਸ਼ਕਤੀ ਵੰਦਨ ਐਕਟ ਤੇ ਰਾਜ ਸਭਾ ਵਿੱਚ ਚਰਚਾ ਜਾਰੀ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ JP ਨੱਡਾ ਨੇ ਕਿਹਾ ਕਿ ਇਹ ਬਿੱਲ ਨਾਰੀ ਸ਼ਕਤੀ ਨੂੰ ਹੋਰ ਵਧੇਰੇ ਮਜ਼ਬੂਤੀ ਪ੍ਰਦਾਨ ਕਰਦਾ ਹੈ। ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਵਾਈਸ ਚੇਅਰਮੈਨਾਂ ਦੇ ਪੈਨਲ ਵਿੱਚ ਸਾਰੀਆਂ ਔਰਤਾਂ ਨੂੰ ਸ਼ਾਮਲ ਕਰਕੇ ਇੱਕ ਇਤਿਹਾਸਿਕ ਪਹਿਲ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੰਦਰਯਾਨ 3 ਦੀ ਸਫਲਤਾ ਨੂੰ ਵੱਡੀ ਪ੍ਰਾਪਤੀ ਦੱਸਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਪ੍ਰਵਾਸੀ ਭਾਰਤੀਆਂ ਦੀ ਰਾਖੀ ਲਈ ਜ਼ਿੰਮੇਵਾਰ। ਤੇ ਪੰਜਾਬ ਵਿਧਾਨ ਸਭਾ ਵਿੱਚ ਰਾਸ਼ਟਰੀ ਵਿਧਾਨ ਐਪਲੀਕੇਸ਼ਨ ਦੀ ਸ਼ੁਰੂਆਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਪਾਰਲੀਮੈਂਟ ਦੇ ਵਿਸ਼ੇਸ਼ ਇਜਲਾਸ ਦਾ ਅੱਜ ਚੌਥਾ ਦਿਨ ਹੈ। ਅੱਜ ਰਾਜ ਸਭਾ ਵਿੱਚ ਔਰਤਾਂ ਲਈ ਰਾਖਵੇਂਕਰਨ ਬਾਰੇ ਬਿੱਲ ਨਾਰੀ ਸ਼ਕਤੀ ਵੰਦਨ ਐਕਟ ਨੂੰ ਪੇਸ਼ ਕੀਤਾ ਗਿਆ ਤੇ ਇਸ ਤੇ ਚਰਚਾ ਜਾਰੀ ਹੈ। ਚਰਚਾ ਵਿੱਚ ਹਿੱਸਾ ਲੈਂਦਿਆਂ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਬੀਤੇ 9 ਸਾਲਾਂ ਵਿੱਚ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਕਈ ਕਦਮ ਚੁੱਕੇ ਗਏ ਨੇ। ਉਨ੍ਹਾਂ ਕਿਹਾ ਕਿ ਇਹ ਮਹਿਲਾ ਰਾਖਵਾਂਕਰਨ ਬਿੱਲ ਨਾਰੀ ਸ਼ਕਤੀ ਨੂੰ ਹੋਰ ਵਧੇਰੇ ਮਜ਼ਬੂਤੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਤਮ ਤੋਂ ਅਧਿਐਨ ਤੱਕ ਸਾਡੇ ਦੇਸ਼ ਵਿੱਚ ਮਹਿਲਾਵਾਂ ਦਾ ਯੋਗਦਾਨ ਰਿਹਾ ਹੈ। यह नारी शक्ति वंदन बिल लाकर जो रिजर्वेशन का विषय काफी लंबे अंतराल से चल रहा था उसको एक निर्णायक मोड़ पर लाने का प्रयास किया है। इसके लिए मैं जहां उनको धन्यवाद देता हूं वहीं जो उन्होंने नारी के सशक्तिकरण के लिए, एम्पावरमेंट के लिए जो पिछले 9 साल में कार्य किए हैं उसके लिए भी मैं उनको धन्यवाद देता हूं। उन्हें भी कहा कि 21वीं सदी महिलावां दी सदी है। उन्हें कहा कि अज औरतां हर खेतर विच अगे वध रहीआं ने। इस तो पहला कानून ते न्याय मंत्री अर्जुन राम मेघवाल ने राज सभा विच चर्चा लई बिल नूं पेश कीता। बिल पेश करदिआं उन्हें कहा कि राखवांकरण होरीजेंटल भी है ते वर्टिकल भी है। उन्हें कहा कि इस नूं लागू करन लई जनगणना ते हदबंदी कीती जानी जरूरी है। ये कॉन्स्टिट्यूशन अमेंडमेंट बिल है सर, और महत्वपूर्ण बिल है। महिला सशक्तिकरण की दिशा में एक बढ़ता हुआ कदम है। दुनिया को भी दिशा दिखाने वाला कदम है। अमृतकाल की बेला में भारत को विकसित भारत बनाने की दिशा में भी एक महत्वपूर्ण कदम है। जब से नरेंद्र मोदी जी की सरकार बनी है तब से लेकर जो आर्थिक और सामाजिक क्षेत्र में असमानता थी उसको दूर करने का प्रयास किया। उसमें महिला सशक्तिकरण भी सम्मिलित है। इस दौरान बिल बारे चर्चा विच हिस्सा लैंदिआं कांग्रेस की संसदी मैंबर रंजिता रंजन ने बिल का स्वागत किया। उन्होंने मंग की कि इस बिल विच अनुसूचित जाति ते जनजाति वांग OBC वर्ग नूं भी राखवांकरण दिता जाना चाहिए है अते हदबंदी ते जनगणना तो इस नूं वख करके इस नूं तुरंत लागू किया जाना चाहिए है। सबसे पहले मैं महिला रिजर्वेशन बिल का स्वागत करती हूं। मैं भी महिला हूं और चाहते हैं हम लोग कि महिलाओं की जो भागीदारी है वो सदन में बढ़े, राजनीतिक परिवेश में बढ़े, लोगों के प्रतिनिधित्व करने में बढ़े। ਜ਼ਿਕਰਯੋਗ ਹੈ ਕਿ ਲੋਕ ਸਭਾ ਨੇ ਮਹਿਲਾਵਾਂ ਲਈ ਰਾਖਵੇਂਕਰਨ ਬਾਰੇ ਬਿੱਲ ਨੂੰ ਕੱਲ੍ਹ ਪਾਸ ਕਰ ਦਿੱਤਾ ਸੀ। ਇਸ ਬਿੱਲ ਵਿੱਚ ਮਹਿਲਾਵਾਂ ਲਈ ਲੋਕ ਸਭਾ ਤੇ ਰਾਜ ਵਿਧਾਨ ਸਭਾ ਦੀਆਂ ਕੁੱਲ ਸੀਟਾਂ ਵਿੱਚ 1/3 ਰਾਖਵੇਂਕਰਨ ਦਾ ਪ੍ਰਬੰਧ ਹੈ। ਕੱਲ੍ਹ ਹੋਈ ਮੀਟਿੰਗ ਦੌਰਾਨ 454 ਸੰਸਦ ਮੈਂਬਰਾਂ ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ ਜਦਕਿ 2 ਸੰਸਦ ਮੈਂਬਰਾਂ ਨੇ ਬਿੱਲ ਦੇ ਵਿਰੋਧ ਵਿੱਚ ਵੋਟ ਪਾਈ ਸੀ। महिला राखवांकरण बिल के मद्देनज़र राज सभा के सभापति जगदीप धनखड़ ने वाइस चेयरमैनां के पैनल विच सारियां औरतां नूं शामिल करके इतिहासिक पहल की है। यह पैनल सिर्फ अज लई बनाया गया है क्योंकि अज राज सभा विच महिला राखवांकरण बिल नारी शक्ति वंदन एक्ट 2023 ते चर्चा चल रही है। माफ करना लोक सभा विच महिला राखवांकरण बारे बिल नारी शक्ति वंदन एक्ट के पास होने तो बाद देश के होरनां हिस्सियां वांग बठिंडा विच भी औरतां दा उत्साह देखण नूं मिलिया है।
ਸਦੀਆਂ ਨੂੰ ਪਾਰ ਕਰਕੇ ਔਰਤਾਂ ਨੂੰ ਜਿਹੜਾ ਦਿੱਤਾ ਗਿਆ, ਇਹ ਇੱਕ ਤੋਹਫਾ, ਇੱਕ ਉਤਸਵ ਦੀ ਤਰ੍ਹਾਂ ਸੀ। ਮੈਨੂੰ ਬੜਾ ਅੱਛਾ ਲੱਗਿਆ ਕਿ ਜਿਹੜਾ ਵੈਦਿਕ ਕਾਲ ਦੇ ਵਿੱਚ ਔਰਤਾਂ ਨੂੰ ਰਾਜਨੀਤੀ ਵਿੱਚ ਹਿੱਸਾ ਲੈਣ ਦੀ ਆਗਿਆ ਹੁੰਦੀ ਸੀ ਔਰ ਉਹ ਕੰਮ ਕਰਦੀਆਂ ਸੀ, ਉਹ ਸਾਨੂੰ ਅੱਜ ਆਜ਼ਾਦ ਭਾਰਤ ਦੇ ਵਿੱਚ 21ਵੀਂ ਸਦੀ 'ਚ ਜਾ ਕੇ ਮੋਦੀ ਸਰਕਾਰ ਵੱਲੋਂ ਆਰਕਸ਼ਣ ਦਿੱਤਾ ਗਿਆ। ਜਿਹੜਾ 33% ਰਾਜਨੀਤੀ 'ਚ ਔਰਤਾਂ ਨੂੰ ਅੱਗੇ ਲਿਆਉਣ ਵਾਸਤੇ ਮੋਦੀ ਸਰਕਾਰ ਨੇ ਕੀਤਾ ਹੈ, ਉਹ ਬਹੁਤ ਵਧੀਆ ਕੀਤਾ ਜੀ। ਜਿੰਨੀਆਂ ਵੀ ਲੇਡੀਜ਼ ਹੈ ਰਾਜਨੀਤੀ 'ਚ ਪਹਿਲਾਂ ਆ ਰਹੀਆਂ ਸੀ, ਖਾਸ ਕਰਕੇ ਉਹਨਾਂ ਨੂੰ ਪਹਿਲਾਂ ਪਹਿਲ ਦਿੱਤੀ ਜਾਂਦੀ ਸੀ। ਹੁਣ ਨਵੀਆਂ ਔਰਤਾਂ ਜੁੜਨਗੀਆਂ ਅਤੇ ਨਵੇਂ ਹੀ ਰਾਜਨੀਤੀ 'ਚ ਸਾਰੇ ਸਿਸਟਮ ਬਣ ਜਾਣਗੇ, ਬਹੁਤ ਵਧੀਆ ਬਣ ਜਾਣਗੇ। ਪੜ੍ਹੀਆਂ ਲਿਖੀਆਂ ਔਰਤਾਂ ਉਹ ਕੀ ਉਹਨਾਂ ਨੂੰ ਮੌਕਾ ਮਿਲੂਗਾ ਅੱਗੇ ਵਧਣ ਦਾ, ਤਰੱਕੀ ਕਰਨ ਦਾ। ਇਸ ਨਾਲ ਕੀ ਹੈ ਰਾਜਨੀਤੀ ਦੇ ਵਿੱਚ ਸਰਕਾਰ ਨੂੰ ਕੀ ਹੈ ਔਰਤਾਂ ਨੂੰ ਲਈ ਸੀਟਾਂ ਰਾਖਵੀਆਂ ਰੱਖਣੀਆਂ ਹੀ ਪੈਣਗੀਆਂ। ਇਸ ਨਾਲ ਕੀ ਹੈ ਉਹਨਾਂ ਨੂੰ ਆਪਣਾ ਅੱਗੇ ਵਧਣ ਦਾ, ਤਰੱਕੀ ਦਾ ਮੌਕਾ ਮਿਲੇਗਾ। ਇਹ ਜਿਵੇਂ ਕਿ ਔਰਤਾਂ ਸੰਸਦ ਦੇ ਵਿੱਚ ਸਾਹਮਣੇ ਆਉਣਗੀਆਂ, ਗੱਲਬਾਤ ਕਰਨਗੀਆਂ, ਉਹਦੇ ਨਾਲ ਕੀ ਹੈ ਜਿਹੜੀਆਂ ਔਰਤਾਂ ਅੱਜ ਘਰੇ ਹੈ ਮਤਲਬ ਕਿ ਘਰ ਗ੍ਰਸਤੀ ਨੂੰ ਸੰਭਾਲਦੀਆਂ, ਉਹ ਵੀ ਉਹਨਾਂ ਨੂੰ ਦੇਖ ਕੇ ਕੀ ਹੈ ਅੱਗੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਨਗੀਆਂ ਅਤੇ ਉਹਨਾਂ ਨੂੰ ਕੀ ਹੈ ਸਰਕਾਰ ਸੰਸਦ ਵਿੱਚ ਕੀ ਹੈ ਬੋਲਣ ਦਾ ਮੌਕਾ ਮਿਲੂਗਾ। ਉੱਥੇ ਅੱਜ ਲੋਕ ਸਭਾ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੰਦਰਯਾਨ 3 ਦੀ ਸਫਲਤਾ ਬਾਰੇ ਕਿਹਾ ਕਿ ਇਹ ਯਕੀਨਨ ਤੌਰ ਤੇ ਇੱਕ ਵੱਡੀ ਪ੍ਰਾਪਤੀ ਹੈ, ਕਿਉਂਕਿ ਦੁਨੀਆ ਦੇ ਵਧੇਰੇ ਵਿਕਸਿਤ ਦੇਸ਼ ਜਿਨ੍ਹਾਂ ਕੋਲ ਕਿਤੇ ਵੱਧ ਸਹੂਲਤਾਂ ਉਪਲਬਧ ਨੇ, ਉਹ ਅਜੇ ਵੀ ਚੰਦ ਤੇ ਪਹੁੰਚਣ ਲਈ ਯਤਨ ਕਰ ਰਹੇ ਨੇ। इनकी सफलता हमारे लिए निश्चित रूप से एक बहुत बड़ी उपलब्धि है, जैसा आपने भी अभी अपने संबोधन में कहा है, क्योंकि एक तरफ दुनिया के कई ऐसे विकसित देश हैं जो हमसे कहीं अधिक साधन संपन्न होते हुए भी चांद पर पहुंचने के लिए अब भी प्रयासरत हैं, तो वहीं दूसरी तरफ बेहद सीमित संसाधनों के से चांद के दक्षिण ध्रुव पर पहुंचने वाले हम दुनिया के पहले देश बन गए हैं अध्यक्ष महोदय। ਰਾਜਨਾਥ ਸਿੰਘ ਨੇ ਇਹ ਵੀ ਕਿਹਾ ਕਿ ਚੰਦਰਯਾਨ ਦੀ ਸਫਲਤਾ ਨਾਲ ਇਸ ਗੱਲ ਦੀ ਵੀ ਪੁਸ਼ਟੀ ਹੁੰਦੀ ਹੈ ਕਿ ਸਾਡੇ ਦੇਸ਼ ਵਿੱਚ ਸਿੱਖਿਆ ਤੇ ਉਦਯੋਗ ਸਹੀ ਦਿਸ਼ਾ ਵਿੱਚ ਮਾਰਗਦਰਸ਼ਨ ਦੇ ਰਹੇ ਨੇ। पर अपने कदम रखे हैं कि यह एक और इसरो की सफलता तो है ही, साथ ही यह इस बात का भी द्योतक है कि हमारे देश का साइंटिफिक इकोसिस्टम, जिसमें करोड़ों करोड़ों भारतीयों ने जाने अनजाने अपना योगदान दिया है, वह अपनी आज शेप ले रहा है। यह दिखाता है कि हमारे स्कूल्स, हमारे कॉलेजेस और यूनिवर्सिटीज में साइंस की पढ़ाई बेहतर हो रही है और हमारी इंडस्ट्रीज भी अच्छी गुणवत्ता वाले प्रोडक्ट्स और सप्लाई कर रही है। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਵਿੱਚ ਵਸਦੇ ਪ੍ਰਵਾਸੀ ਭਾਰਤੀਆਂ ਦੀ ਰਾਖੀ ਦੀ ਜ਼ਿੰਮੇਵਾਰੀ ਕੈਨੇਡਾ ਸਰਕਾਰ ਦੀ ਹੈ। ਨਵੀਂ ਦਿੱਲੀ ਵਿੱਚ ਪੱਤਰਕਾਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਵਿਦੇਸ਼ ਵਿਭਾਗ ਵੱਲੋਂ ਪ੍ਰਵਾਸੀ ਭਾਰਤੀਆਂ ਤੇ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਹੋ ਰਹੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਕੈਨੇਡਾ ਸਰਕਾਰ ਨੂੰ ਠੋਸ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ, ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਭਾਰਤ ਦਾ ਹੱਥ ਹੋਣ ਬਾਰੇ ਦਿੱਤੇ ਗਏ ਬਿਆਨ ਲਈ ਉਨ੍ਹਾਂ ਵੱਲੋਂ ਕੋਈ ਵੀ ਠੋਸ ਸਬੂਤ ਮੁਹੱਈਆ ਨਹੀਂ ਕਰਵਾਏ ਗਏ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਵੱਲੋਂ ਲਗਾਏ ਗਏ ਦੋਸ਼ ਪਹਿਲੀ ਨਜ਼ਰ ਵਿੱਚ ਰਾਜਨੀਤੀ ਤੋਂ ਪ੍ਰੇਰਿਤ ਲੱਗਦੇ ਨੇ। ਬਾਗਚੀ ਨੇ ਦੱਸਿਆ ਕਿ ਸਰਕਾਰ ਵੱਲੋਂ ਲਏ ਗਏ ਸਖਤ ਫੈਸਲੇ ਹੇਠ ਅਗਲੇ ਹੁਕਮਾਂ ਤੱਕ ਕੈਨੇਡਾ ਤੋਂ ਭਾਰਤ ਲਈ ਵੀਜ਼ਾ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਈ ਵੀਜ਼ਾ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਕੈਨੇਡਾ ਨੂੰ ਡਿਪਲੋਮੈਟਾਂ ਦੀ ਗਿਣਤੀ ਬਾਰੇ ਵੀ ਸਮਾਨਤਾ ਵਰਤਣ ਲਈ ਕਿਹਾ ਗਿਆ ਹੈ। ਅਰਿੰਦਮ ਬਾਗਚੀ ਨੇ ਕਿਹਾ ਕਿ ਅੱਤਵਾਦੀਆਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਜਾ ਰਹੀ ਹੈ। ਕੈਨੇਡਾ ਦਾ ਅਕਸ ਇੱਕ ਅੱਤਵਾਦੀ ਸ਼ਰਨ ਸਥਾਨ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਥਿਤੀ ਤੇ ਲਗਾਤਾਰ ਨਿਗਾਹ ਰੱਖੀ ਜਾ ਰਹੀ ਹੈ। I've informed the Canadian government that there should be parity in strength and rank equivalence in our diplomatic presence, in mutual diplomatic presence. Their numbers here are very much higher than ours in Canada. The details of this are being worked out, but I assume there will be a reduction from the Canadian side. ਇਸ ਦੌਰਾਨ ਕੈਨੇਡਾ ਦੇ ਵਿਨੀਪੈਗ ਵਿੱਚ ਗੋਲੀਬਾਰੀ ਦੌਰਾਨ ਗੈਂਗਸਟਰ ਸੁਖਦੂਲ ਸਿੰਘ ਦੀ ਮੌਤ ਦੀਆਂ ਖਬਰਾਂ ਬਾਰੇ ਪੰਜਾਬ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਸੂਚਨਾ ਮਿਲੀ ਹੈ। ਮੋਗਾ ਦੇ ਐਸਐਸਪੀ ਜੇ ਐਲਨ ਚੀਜ਼ੀਅਨ ਨੇ ਕਿਹਾ ਕਿ ਇਸ ਵਿਅਕਤੀ ਦੇ ਖਿਲਾਫ ਕਈ ਮਾਮਲੇ ਦਰਜ ਸਨ। ਜ਼ਿਕਰਯੋਗ ਹੈ ਕਿ ਸੁਖਦੂਲ ਸਿੰਘ NIA ਦੀ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਲ ਸੀ। दुने के पिंड का रहने वाले हैं और ये काफ़ी समय से
कनाडा में बाहर ने और मोस्टली इनकी परिवार में भी बाहर ने और हमारा इन्फॉर्मेशन के मुताबिक इनकी मदर और सिस्टर वो भी इनके साथ ही कनाडा में है और ये हमारा रिकॉर्ड के मुताबिक इनके खिलाफ करीब 15-16 केसेस रजिस्टर्ड ने और ये काफ़ी अर्शदुल्ला के क्लोज रहता है और इन्होंने एक्सटॉर्शन और अटेम्प्ट टू मर्डर केस में भी ये काफ़ी इन्वॉल्व रहे हैं। इस दौरान अतवादी हरदीप सिंह निज्जर मामले ਵਿੱਚ ਜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਨੇ 2022 ਵਿੱਚ ਉਸੇ ਭਾਰਤ ਨੂੰ ਸਪੁਰਦਗੀ ਦੀ ਮੰਗ ਨੂੰ ਲੈ ਕੇ ਕੈਨੇਡਾ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ। ਖਬਰਾਂ ਅਨੁਸਾਰ ਪੰਜਾਬ ਪੁਲਿਸ ਨੇ ਕੈਨੇਡਾ ਸਰਕਾਰ ਤੋਂ 1987 ਦੀ ਸਪੁਰਦਗੀ ਸੰਧੀ ਅਤੇ 1998 ਦੇ ਆਪਸੀ ਕਾਨੂੰਨੀ ਸਹਾਇਤਾ ਸਮਝੌਤੇ ਤੋਂ ਇਲਾਵਾ ਇੰਟਰਪੋਲ ਵਰਗੇ ਦੂਜੇ ਸੰਗਠਨਾਂ ਤੋਂ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਇਸ ਦੇ ਬਾਵਜੂਦ ਕੈਨੇਡਾ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ। ਅਜਿਹੀ ਵੀ ਜਾਣਕਾਰੀ ਹੈ ਕਿ ਕੁੱਲ ਮਿਲਾ ਕੇ ਕੈਨੇਡਾ ਵਿੱਚ ਸਥਿਤ 21 ਅਜਿਹੇ ਗੈਂਗਸਟਰ ਨੇ ਜੋ ਭਾਰਤੀ ਏਜੰਸੀਆਂ ਦੀ सूची विच ने ते उन्हां दे खिलाफ कई सबूत भी ने। सबूतां नूं भारतीय एजेंसियां ने कई वार कई मौकिਆਂ ते रॉयल कैनेडियन माउंटेन पुलिस नाल साझा भी कीता है। पंजाब के मुख मंत्री भगवंत मान ने राष्ट्रीय ई विधान एप्लीकेशन की शुरुआत की थी। इस नाल हुण विधान सभा का कामकाज कागज रहित हो जाएगा। इस मौके पर संबोधन करदਿਆਂ मुख मंत्री ने कहा कि विधान सभा का कामकाज ऑनलाइन करन नाल विधायकों की कारगुजारी वधेगी ते ओह लोकां दे मुद्दिਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਉਠਾ ਸਕਣਗੇ। उन्होंने कहा कि नेवा प्रोजैक्ट तहत ਵੱਖ-ਵੱਖ फैसलिਆਂ ਤੇ दस्तावेज़ों की स्थिति का पता लाउणा ते जानकारी साझी करनी आसान होवेगा जो इस प्रक्रिया ਨੂੰ ਵਧੇਰੇ पारदर्शी ਤੇ जवाबदेह बनाएगा। इस ਤੋਂ ਇਲਾਵਾ ਨਵੀਂ ਪ੍ਰਣਾਲੀ ਦੀ ਆਮਦ ਨਾਲ ਪੁਰਾਣੀ कागजी प्रणाली ते निर्भरता खत्म हो जाएगी। भारतीय पुलाड़ खोज संगठन इसरो चंद्रयान 3 ਦੇ ਲੈਂਡਰ ਅਤੇ ਰੋਵਰ ਦੇ ਨਾਲ ਸੰਪਰਕ ਕਰਨ ਲਈ ਤਿਆਰ ਹੈ। ਚੰਦਰਮਾ ਤੇ 14 ਦਿਨ ਤੱਕ ਸੂਰਜ ਢਲਿਆ ਰਹਿਣ ਤੋਂ ਬਾਅਦ ਲੈਂਡਰ ਅਤੇ ਰੋਵਰ ਨੂੰ ਹੁਣ ਸਰਗਰਮ ਅਵਸਥਾ ਵਿੱਚ ਲਿਆਂਦਾ ਜਾਵੇਗਾ। ਚੰਦਰਮਾ ਤੇ ਕੱਲ ਜਦੋਂ ਨਵਾਂ ਦਿਨ ਨਿਕਲੇਗਾ ਤਾਂ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਦੇ ਸੋਲਰ ਪੈਨਲ ਉਹਨਾਂ ਦੀ ਬੈਟਰੀ ਚਾਰਜ ਕਰਨਗੇ। ਚੰਦਰਮਾ ਦੇ ਸ਼ਿਵ ਸ਼ਕਤੀ ਪੁਆਇੰਟ ਤੇ ਫੋਕਸ ਹੈ ਜਿੱਥੇ ਦੋਨੋਂ ਪੇਲੋਡ ਇਸ ਸਮੇਂ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਸਲੀਪਿੰਗ ਮੋਡ ਵਿੱਚ ਨੇ। ਭਾਰਤੀ ਫੌਜ ਦੀ ਵਜਰਾ ਕੋਰ ਵੱਲੋਂ ਇੱਕ ਥੰਡਰਬੋਲਟ ਸਾਈਕਲ ਮੁਹਿੰਮ ਖਾਸਾ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ। ਇੱਕ ਅਧਿਕਾਰੀ ਦੀ ਅਗਵਾਈ ਵਿੱਚ 10 ਮੈਂਬਰਾਂ ਦੀ ਟੀਮ ਵੱਲੋਂ ਹਿਮਾਚਲ ਅਤੇ ਪੰਜਾਬ ਵਿੱਚ ਲਗਭਗ 700 ਕਿਲੋਮੀਟਰ ਦੀਆਂ ਚੁਣੌਤੀਪੂਰਨ ਅਤੇ ਜੋਖਿਮ ਭਰੀਆਂ ਸੜਕਾਂ ਤੇ ਸਫ਼ਰ ਕੀਤਾ ਜਾਵੇਗਾ। ਇਹ ਰੈਲੀ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਤੋਂ ਜਵਾਲਾਮੁਖੀ, ਸੁਜਾਨਪੁਰ, ਟੇਰਾ ਅਤੇ ਧਰਮਸ਼ਾਲਾ ਤੱਕ ਜਾਵੇਗੀ। ਰੈਲੀ ਦੀ ਵਾਪਸੀ ਦੀ ਯਾਤਰਾ ਨੂਰਪੁਰ, ਪਠਾਨਕੋਟ, ਮੁਕੇਰੀਆਂ ਤੇ ਤਿਬੜੀ ਤੋਂ ਹੋ ਕੇ 29 ਸਤੰਬਰ ਨੂੰ ਖਾਸਾ ਵਿੱਚ ਸਮਾਪਤ ਹੋਵੇਗੀ। ਰੈਲੀ ਦਾ ਮਕਸਦ ਨੌਜਵਾਨਾਂ ਵਿੱਚ ਫਿਟਨੈਸ ਨੂੰ ਉਤਸ਼ਾਹਿਤ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਮੋਟਰ ਗੱਡੀਆਂ ਦੀ ਬਜਾਏ ਸਾਈਕਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਉਹਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਹੈ। ਟੋਕੀਓ ਓਲੰਪਿਕਸ ਦੀ ਕਾਂਸਾ ਪਦਕ ਜੇਤੂ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਅਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਸ਼ਨੀਵਾਰ ਨੂੰ ਚੀਨ ਦੇ ਹਾਂਗਜ਼ਾਓ ਵਿੱਚ 19ਵਾਂ ਏਸ਼ੀਆਈ ਖੇਡਾਂ ਦੇ ਸਮਾਗਮ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਏਸ਼ੀਆਈ ਖੇਡਾਂ ਦਾ ਉਦਘਾਟਨੀ ਸਮਾਗਮ 23 ਤਰੀਕ ਨੂੰ ਕਰਵਾਇਆ ਜਾਵੇਗਾ। ਭਾਰਤ ਇਸ ਵਾਰ 655 ਖਿਡਾਰੀਆਂ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਦਲ ਨਾਲ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈ ਰਿਹਾ ਹੈ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ। ਤੇ ਬੁਲੇਟਿਨ ਦੇ ਅਖੀਰ ਵਿੱਚ ਸੁਣਨੀਆਂ ਖਬਰਾਂ ਇੱਕ ਵਾਰ ਫਿਰ ਤੋਂ। ਮਹਿਲਾਵਾਂ ਦੀ ਰਾਖਵੀਕਰਨ ਬਾਰੇ ਬਿੱਲ ਨਾਰੀ ਸ਼ਕਤੀ ਵੰਦਨ ਐਕਟ ਦੀ ਰਾਜ ਸਭਾ ਵਿੱਚ ਚਰਚਾ ਜਾਰੀ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ JP ਨੱਡਾ ਨੇ ਕਿਹਾ ਕਿ ਬਿੱਲ ਨਾਰੀ ਸ਼ਕਤੀ ਨੂੰ ਹੋਰ ਵਧੇਰੇ ਮਜ਼ਬੂਤੀ ਪ੍ਰਦਾਨ ਕਰਦਾ ਹੈ। ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਵਾਈਸ ਚੇਅਰਮੈਨਾਂ ਦੇ ਪੈਨਲ ਵਿੱਚ ਸਾਰੀਆਂ ਔਰਤਾਂ ਨੂੰ ਸ਼ਾਮਲ ਕਰਕੇ ਇੱਕ ਇਤਿਹਾਸਿਕ ਪਹਿਲ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੰਦਰਯਾਨ 3 ਦੀ ਸਫਲਤਾ ਨੂੰ ਵੱਡੀ ਪ੍ਰਾਪਤੀ ਦੱਸਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਪ੍ਰਵਾਸੀ ਭਾਰਤੀਆਂ ਦੀ ਰਾਖੀ ਲਈ ਜ਼ਿੰਮੇਵਾਰ। ਤੇ ਪੰਜਾਬ ਵਿਧਾਨ ਸਭਾ ਵਿੱਚ ਰਾਸ਼ਟਰੀ ਵਿਧਾਨ ਐਪਲੀਕੇਸ਼ਨ ਦੀ ਸ਼ੁਰੂਆਤ। ਤੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।